ब्रॉडवे ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਡੇ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਜਿਹਦੇ ਵਿੱਚ ਅਸੀਂ ਗੱਲ ਕਰਾਂਗੇ USA ਸਟੱਡੀ ਵੀਜ਼ਾ ਦੀ। USA ਸਟੱਡੀ ਵੀਜ਼ਾ ਦਾ ਪ੍ਰੈਜ਼ੈਂਟ ਸਿਨੈਰੀਓ ਕੀ ਹੈ, ਇਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਇੰਟਰਵਿਊ ਹੁੰਦੀ ਹੈ ਨਹੀਂ ਹੁੰਦੀ, ਜੇ ਹੁੰਦੀ ਹੈ ਤਾਂ ਆਨਲਾਈਨ ਹੋ ਰਹੀ ਹੈ ਜਾਂ ਫਿਜ਼ੀਕਲ ਪ੍ਰੈਜ਼ੈਂਸ ਦੀ ਜ਼ਰੂਰਤ ਹੈ। ਬਹੁਤ ਸਾਰੀਆਂ ਗੱਲਾਂ ਹੋਰ ਵੀ ਨੇ ਜਿਨ੍ਹਾਂ ਬਾਰੇ डिटेल इन्फॉर्मेशन लवांगे। गलबात करने लिए मौजूद ने ब्रॉडवे इमीग्रेशन के सीनियर कंसलटेंट जगप्रीत सिंह जी। जगप्रीत जी स्वागत है। थैंक यू दीपक जी, और इस वीडियो में देख रहे सारे दर्शकों को मेरे वालों और मेरी टीम वालों बहुत ही प्यार भरी सत श्री अकाल। जगप्रीत जी, USA वीज़ा का सब तो पहला प्रेजेंटली स्टेटस की है? बिल्कुल जी दीपक जी, जिदा आप देखा कि जो अपनी कोविड-19 की सिचुएशन सी, सो वो सब तो पहला जो बोल्ड स्टैप कंट्री ने लिया सी वो सीगा यूके। सो ਉਹਦੇ ਨਾਲ ਆਪਾਂ ਪੈਰਲਲ ਨਿਊਜ਼ 'ਚ ਵੀ ਸੁਣਦੇ ਰਹੇ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਲਾਕਡਾਊਨ ਇਫੈਕਟ US 'ਚ ਦੇਖਣ ਨੂੰ ਨਹੀਂ ਸੀ। ਸੋ ਐਟ ਪ੍ਰੈਜ਼ੈਂਟ ਅਗਰ यूके ਤੋਂ ਬਾਅਦ ਕੋਈ ਸੈਕੰਡ ਕੰਟਰੀ ਹੈ ਜਿੱਥੇ ਕਿਸੇ ਤਰ੍ਹਾਂ ਦੇ ਵੀ ਕੋਈ ਟਰੈਵਲ ਰਿਸਟ੍ਰਿਕਸ਼ਨ ਨਹੀਂ ਹੈ, हर चीज़ फिजिकली चल रही है, ऑन कैंपस स्टूडेंट क्लासेस ला रहे हैं, तो वो कंट्री है USA। सो डेफिनेटली स्टूडेंट दीपक जी बिल्कुल बेफिक्र होके अगर USA एप्लीकेशन बारे सोच रहा है और डाउट है कि ट्रैवल नूं लैके, सो 100% ट्रैवल एंड एम्बेसी जिहड़ी है वर्किंग है। फिलहाल ਜਿਹੜੇ USA ਦੇ ਜਿਹੜੇ ਨੋਰਮਸ ਨੇ, ਜਿਹੜੀ ਪ੍ਰੋਸੀਜਰ ਹੈ ਕਿ ਉਹਦੇ 'ਚ ਕੁਝ ਚੇਂਜ ਆਇਆ? ਜਿਵੇਂ ਇੰਟਰਵਿਊ ਹੁੰਦੀ ਸੀ ਪਹਿਲਾਂ, ਉਹ ਐਜ਼ ਇਟ ਇਜ਼ ਹੀ ਹੋ ਰਹੀ ਹੈ? ਬਿਲਕੁਲ ਦੀਪਕ ਜੀ, ਜਿਹੜਾ US ਦਾ ਵੀਜ਼ਾ ਆਪਾਂ ਕੋਈ ਵੀ ਵੀਜ਼ਾ ਅਪਲਾਈ ਕਰ ਲਈਏ, ਚਾਹੇ ਆਪਾਂ ਸਟੂਡੈਂਟ 'ਚ ਜਾ ਰਹੇ ਹਾਂ ਚਾਹੇ ਆਪਾਂ ਵਿਜ਼ਟਰ 'ਚ ਜਾ ਰਹੇ ਹਾਂ, ਸੋ ਜਿਹੜਾ USA ਦਾ ਵੀਜ਼ਾ ਦੈਟ ਇਜ਼ ਪਿਓਰਲੀ ਇੰਟਰਵਿਊ ਬੇਸਡ ਔਰ ਉਹ ਇਨ ਫਿਜ਼ੀਕਲ ਇੰਟਰਵਿਊ ਹੁੰਦੀ ਹੈ। ਡੈਫੀਨੇਟਲੀ ਜਿਹੜਾ ਵੀ ਐਪਲੀਕੈਂਟ ਅਪਲਾਈ ਕਰ ਰਿਹਾ ਉਹ ਖੁਦ ਆਪਣੀ ਫਿਜ਼ੀਕਲ ਪ੍ਰੈਜ਼ੈਂਸ ਦੇ ਵਿੱਚ ਆਪਣੀ ਇੰਟਰਵਿਊ ਕੰਪਲੀਟ ਕਰਵਾਉਂਦਾ ਹੈ। ਜਗਪ੍ਰੀਤ ਜੀ, ਪ੍ਰੈਜ਼ੈਂਟ ਸਿਨੈਰੀਓ ਤੋਂ ਤੁਸੀਂ ਬਹੁਤ ਚੰਗੀ ਤਰ੍ਹਾਂ ਵਾਕਿਫ ਨੂੰ ਕਿਹੜੇ ਕੰਟਰੀਜ਼ ਕਿਵੇਂ ਹੋ ਰਿਹਾ। ਜਿਵੇਂ ਅੱਗੇ ਥੋੜਾ ਈਜ਼ੀ ਹੁੰਦਾ ਸੀ ਸਟੂਡੈਂਟ ਨੂੰ ਗਾਈਡ ਕਰਨਾ ਕਿ ਉਹਦੇ ਵਾਸਤੇ ਕਿਹੜਾ ਕੰਟਰੀ ਠੀਕ ਰਹੇਗਾ, ਬਿਲਕੁਲ ਪ੍ਰੈਜ਼ੈਂਟ ਹਾਲਾਤਾਂ ਦੇ ਮੁਤਾਬਕ ਤੁਸੀਂ USA ਕਿਹੜੇ ਸਟੂਡੈਂਟ ਨੂੰ ਰეკਮੈਂਡ ਕਰੋਗੇ? ਡੈਫੀਨੇਟਲੀ ਦੀਪਕ ਜੀ, US ਵਾਲੇ ਸਟੂਡੈਂਟ ਦੇ ਲਈ ਬਹੁਤ ਇੱਕ ਬ੍ਰੌਡ ਸਪੈਕਟਰਮ ਹੈ। ਜਿਵੇਂ ਆਪਾਂ ਦੇਖਿਆ ਕੈਨੇਡਾ ਦੇ ਵਿੱਚ ਅਗਰ ਆਪਾਂ ਵੀਜ਼ਾ ਸਿਕਿਉਰ ਕਰਨਾ ਹੋਵੇ ਤਾਂ ਆਪਾਂ ਨੂੰ IELTS ਮੈਂਡੇਟਰੀ ਹੈ, ਉਹ ਵੀ ਮਿਨੀਮਮ 6 ਈਚ ਦੇ ਨਾਲ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ UK ਦੀ, ਸੋ ਉਹਦੇ ਵਿੱਚ ਜਿੱਦਾਂ ਆਪਾਂ ਦੇਖਦੇ ਹਾਂ 6 ਓਵਰਆਲ ਨਾਟ ਲੈਸ ਦੈਨ 5.5 ਹੈ, ਜਾਂ ਬਹੁਤ ਸਾਰੇ ਸਟੂਡੈਂਟ ਜਿਨ੍ਹਾਂ ਦੇ 5.5 ਈਚ ਹੈ ਐਂਡ ਸਟਿਲ ਵਿਦਆਊਟ ਆਇਲਸ ਵੀ ਆਪਾਂ ਉਹਦੇ ਚ ਐਡਮਿਸ਼ਨ ਦੇਖੀ ਹੈ। ਸੋ ਸਿਮਿਲਰਲੀ ਜਿਵੇਂ ਆਪਾਂ UK ਦੇ ਵਿੱਚ ਸਟੂਡੈਂਟ ਜਾਂਦਾ ਹੈ, ਸੇਮ ਪੈਟਰਨ ਦੇ ਉੱਤੇ US ਦੇ ਵਿੱਚ ਵੀ ਸਟੂਡੈਂਟਸ ਦੇ ਕੋਲ ਵਿਦ ਆਇਲਸ ਐਂਡ ਵਿਦਆਊਟ ਆਇਲਸ ਦੋਨੋਂ ਹੀ ਆਪਸ਼ਨਸ ਅਵੇਲੇਬਲ। जी बिल्कुल, दोनों ऑप्शन अवेलेबल ने। स्टिल USA मतलब एक अच्छी ऑप्शन है स्टूडेंट्स वास्ते। बिल्कुल USA बिल्कुल एक बेटर ऑप्शन है। हुण इनू अगर मैं लॉजिकली जस्टिफाई करा ते आपां एम्प्लॉयबिलिटी नू रख लईए, सो जेड़ा भी एप्लीकेंट USA च माइग्रेट हुंदा है, सो उन्होंने सब तो वड्डी जिहड़ी सिक्योरिटी मिलती है वो मिलती है एम्प्लॉयमेंट नू लैके। सो स्टूडेंट्स सब तो पहला उन्हां दे पेरेंट्स इस कन्फ्यूजन च हुंदे ने कि फर्दर फ्यूचर दे विच उन्हां नूं की अपॉर्चुनिटीज मिलणगीਆਂ। सो USA ਅਪਲਾਈ ਕਰਨ ਵਾਲਿਆਂ ਲਈ ਸਭ ਤੋਂ ਸਟਰੋਂਗ ਪੁਆਇੰਟ ਹੈ ਇੰਪਲੋਇਮੈਂਟ। ਸੋ ਉੱਥੇ ਦੀ 100% ਇੰਪਲੋਇਮੈਂਟ ਜਿਹੜੀ ਸਿਕਿਉਰਿਟੀ ਹੈ ਉਹ ਕਿਸੇ ਵੀ ਹੋਰ ਕੰਟਰੀ ਨਾਲ ਮੈਚ ਨਹੀਂ ਕੀਤੀ ਜਾ ਸਕਦੀ। ਜੀ, ਜਿਵੇਂ ਕਿ ਤੁਸੀਂ ਦੱਸਿਆ USA ਇੱਕ ਤਰੀਕੇ ਨਾਲ ਓਪਨ ਹੈ ਤੇ ਬਹੁਤ ਵੈਲਕਮ ਮੋਡ ਦੇ ਵਿੱਚ ਹੈ ਹਾਲ ਦੀ ਘੜੀ ਵੀ ਸਟੂਡੈਂਟਸ ਵਾਸਤੇ। ਕਿਹੜੇ ਸਟੂਡੈਂਟਸ ਜਾ ਸਕਦੇ ਨੇ ਉਹਦੇ ਬਾਰੇ ਥੋੜਾ ਜਿਹਾ ਬਰੀਫ ਕਰ ਦਿਓ ਤੇ ਇਹ ਵੀ ਦੱਸ ਦਿਓ ਕਿ ਪ੍ਰੋਸੈਸ ਕੀ ਹੈ। ਬਿਲਕੁਲ ਜੀ ਦੀਪਕ ਜੀ, ਤੁਸੀਂ ਜਿਹੜਾ ਸਵਾਲ ਪੁੱਛਿਆ ਕਿਹੜੇ ਸਟੂਡੈਂਟ ਜਾ ਸਕਦੇ ਨੇ, ਸੋ ਜਿਨ੍ਹਾਂ ਸਟੂਡੈਂਟਸ ਨੇ 10+2 ਕੀਤੀ ਹੋਈ ਹੈ ਜਾਂ ਉਹ ਗ੍ਰੈਜੂਏਟ ਨੇ, ਹਰ ਸਟੂਡੈਂਟ ਲਈ ਹਰ ਤਰ੍ਹਾਂ ਦਾ ਪ੍ਰੋਗਰਾਮ ਅਵੇਲੇਬਲ ਹੈ। ਡਿਪੈਂਡ ਹੈ ਤੁਸੀਂ ਕਿਸ ਪ੍ਰੋਗਰਾਮ 'ਚ ਅਪਲਾਈ ਕਰ ਰਹੇ ਹੋ, ਕਿ ਉਹਦੀ ਰਿਕੁਆਇਰਮੈਂਟ ਦੇ ਵਿੱਚ ਆਇਲਸ ਦੀ ਰਿਕੁਆਇਰਮੈਂਟ ਹੈਗੀ ਹੈ ਜਾਂ ਨਹੀਂ ਹੈਗੀ। ਸੋ ਵਿਦਆਊਟ ਰਿਕੁਆਇਰਮੈਂਟ ਦੇ ਵਿੱਚ ਵਿਦਆਊਟ ਆਇਲਸ ਸਟੂਡੈਂਟ ਵੀ ਅਪਲਾਈ ਕਰ ਸਕਦੇ ਨੇ। ਮਿਨੀਮਮ ਪਰਸੈਂਟੇਜ ਜਿਹੜੀ ਸਟੂਡੈਂਟ ਨੂੰ ਚਾਹੀਦੀ ਹੈ ਉਹ 60% ਓਵਰਆਲ ਚਾਹੀਦੀ ਹੈ। ਦੈਨ ਡਿਪੈਂਡ ਕਰਦਾ ਹੈ ਕਿ ਅੱਗੇ ਫਿਊਚਰ ਦੇ ਵਿੱਚ ਤੁਸੀਂ ਕਿਹੜਾ ਪ੍ਰੋਗਰਾਮ ਲੈ ਰਹੇ ਹੋ ਔਰ ਉਹਦੀਆਂ ਰਿਕੁਆਇਰਮੈਂਟਸ ਕੀ ਨੇ। ਜਗਪ੍ਰੀਤ ਜੀ, ਜਾਂਦੇ ਜਾਂਦੇ ਇੱਕ ਲਾਸਟ ਸਵਾਲ ਹੈ ਕਿ USA ਕਿੰਨੇ ਕੁ ਕਾਸਟ ਤੋਂ ਸਟੂਡੈਂਟਸ ਇਮੇਜਿਨ ਕਰ ਸਕਦੇ ਨੇ? ਬਿਲਕੁਲ ਦੀਪਕ ਜੀ, ਕਾਸਟ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਇਹਦੇ ਵਿੱਚ ਦੱਸ ਦਿੰਦਾ ਕਿ ਜਿਹੜਾ ਸਟੂਡੈਂਟ USA ਜਾਂਦਾ ਹੈ ਉਹਨੂੰ 3 ਤਰ੍ਹਾਂ ਦੇ ਪ੍ਰੋਗਰਾਮਸ ਦੀ ਆਪਸ਼ਨ ਮਿਲਦੀ ਹੈ। ਫਰਸਟ ਆਪਸ਼ਨ ਉਹਨੂੰ ਮਿਲਦੀ ਹੈ ਐਸੋਸੀਏਟ ਡਿਗਰੀ। ਸੋ ਇਹ 2 ਇਅਰਸ ਡਿਗਰੀ ਹੁੰਦੀਆਂ ਨੇ ਜਿਹੜੀਆਂ ਕਿ ਸਟੂਡੈਂਟ
10+2 ਤੋਂ ਬਾਅਦ ਕਰ ਸਕਦਾ ਹੈ। ਇਹਨਾਂ ਦਾ ਫੀ ਸਟਰਕਚਰ ਜਿਹੜਾ ਮਿਨੀਮਮ ਸਟਾਰਟ ਹੁੰਦਾ ਹੈ $8,000 $9,000 ਤੋਂ ਔਰ ਮੈਕਸਿਮਮ ਆਪਣੇ ਕੋਲ $11,000 $12,000 ਤੱਕ ਜਾਂਦਾ ਹੈ। ਦੈਨ ਇਸ ਤੋਂ ਬਾਅਦ 10+2 ਸਟੂਡੈਂਟਸ ਦੇ ਲਈ ਨੈਕਸਟ ਜਿਹੜੀ ਓਪਰਚੁਨਿਟੀ ਹੈ ਉਹ ਯੂਨੀਵਰਸਿਟੀਜ਼ ਦੇ ਵਿੱਚ ਡਿਗਰੀ ਦੀ ਮਿਲਦੀ ਹੈ, ਜਿਹੜੀਆਂ ਕਿ 3 years to 4 years ਹੁੰਦੀਆਂ ਨੇ। ਸੋ ਇਹਨਾਂ ਦਾ ਜਿਹੜਾ ਫੀ ਸਟਰਕਚਰ ਹੈ ਪ੍ਰੋਬੇਬਲੀ ਸਟਾਰਟ ਹੁੰਦਾ ਹੈ $18,000 ਤੋਂ ਔਰ ਮੈਕਸਿਮਮ $24,000 ਤੱਕ ਜਾਂਦਾ ਹੈ। ਡਿਪੈਂਡ ਕਰਦਾ ਹੈ ਕਿਹੜੇ ਫੀਲਡ ਦੇ ਵਿੱਚ ਤੁਸੀਂ ਡਿਗਰੀ ਲੈ ਰਹੇ ਹੋ ਔਰ ਉਹਦੇ ਕਰਿਕੂਲਮ ਦੇ ਵਿੱਚ ਕਿੰਨੇ ਕੁ ਪ੍ਰੈਕਟੀਕਲ ਐਸਪੈਕਟਸ ਇਨਵੋਲਵਡ ਨੇ। ਦੈਨ ਜਿਹੜੇ ਸਟੂਡੈਂਟ ਆਲਰੇਡੀ ਗ੍ਰੈਜੂਏਟ ਨੇ ਉਹਨਾਂ ਦੇ ਲਈ ਪੋਸਟ ਗ੍ਰੈਜੂਏਸ਼ਨਸ ਅਵੇਲੇਬਲ ਨੇ, ਮਾਸਟਰਸ ਡਿਗਰੀ ਅਵੇਲੇਬਲ ਨੇ ਯੂਨੀਵਰਸਿਟੀਜ਼ ਦੇ ਵਿੱਚ ਐਂਡ ਪ੍ਰੋਬੇਬਲੀ $24,000 $25,000 ਦੇ ਨਜ਼ਦੀਕ ਉਹਨਾਂ ਦੀ ਜਿਹੜੀ ਹੈ ਫੀਸ ਰਹਿੰਦੀ ਹੈ। ਔਰ ਪ੍ਰੋਸੈਸ ਦੀ ਗੱਲ ਕਰੀਏ, ਬਿਲਕੁਲ ਜਿਹੜਾ ਤੁਹਾਡਾ ਕੰਟੀਨਿਊਇੰਗ ਕੁਐਸਚਨ ਸੀਗਾ, ਪ੍ਰੋਸੈਸ ਦੀ ਗੱਲ ਕਰੀਏ ਸੋ ਸਭ ਤੋਂ ਵੱਡਾ ਬੈਨੀਫਿਟ ਸਟੂਡੈਂਟ ਨੂੰ USA ਦੇ ਵਿੱਚ ਟਿਊਸ਼ਨ ਫੀ ਨੂੰ ਲੈ ਕੇ ਹੈ। ਦੀਪਕ ਜੀ ਅਗਰ ਆਪਾਂ ਕੈਨੇਡਾ UK ਵਰਗੇ ਕੰਟਰੀਜ਼ ਦੇਖੀਏ ਜਿਹਦੇ ਵਿੱਚ ਵੀਜ਼ਾ ਡਿਸੀਜਨ ਤੋਂ ਪਹਿਲਾਂ ਸਟੂਡੈਂਟ ਦੀ ਕੰਪਲੀਟ ਫੀ ਟ੍ਰਾਂਸਫਰ ਹੁੰਦੀ ਹੈ, ਸੋ US ਦੇ ਵਿੱਚ ਸਾਰੇ ਹੀ ਸਟੂਡੈਂਟ ਸਿਕਿਉਰ ਨੇ ਕਿਉਂਕਿ ਐਜ਼ ਆਫ US ਨੋਰਮਸ ਜਿਹੜਾ ਉਹਨਾਂ ਦਾ ਸਟੱਡੀ ਵੀਜ਼ਾ ਨੋਰਮਸ ਨੇ ਉਹਦੇ ਵਿੱਚ ਸਟੂਡੈਂਟ ਆਪਣੀ ਟਿਊਸ਼ਨ ਫੀ ਟ੍ਰਾਂਸਫਰ ਕਰਦਾ ਹੈ ਵੀਜ਼ਾ ਲੱਗਣ ਤੋਂ ਬਾਅਦ। ਹੁਣ ਉਸ ਤੋਂ ਪਹਿਲਾਂ ਦਾ ਉਹਦੇ ਕੋਲ ਪ੍ਰੋਸੈਸ ਕੀ ਹੈ? ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਇੱਕ I-20 ਇਸ਼ੂ ਹੁੰਦੀ ਹੈ, ਜਿੱਦਾਂ ਆਪਾਂ ਬਾਕੀ ਕੰਟਰੀਜ਼ ਦੇ ਵਿੱਚ ਆਫਰ ਲੈਟਰ ਬਾਰੇ ਗੱਲ ਕਰਦੇ ਹਾਂ। ਸੋ ਇਹਦੇ ਵਿੱਚ I-20 ਨਾਮ ਦਾ ਇੱਕ ਡਾਕੂਮੈਂਟ ਆਉਂਦਾ ਹੈ ਜਿਹਦੇ ਵਿੱਚ ਸਟੂਡੈਂਟ ਦੀ ਐਡਮਿਸ਼ਨ ਕਨਫਰਮ ਹੁੰਦੀ ਹੈ। ਸੋ ਇਹ ਬਾਏ ਕੋਰੀਅਰ ਆਉਂਦਾ ਹੈ। ਇਹ ਫਿਜ਼ੀਕਲ ਡਾਕੂਮੈਂਟ ਬਾਏ ਕੋਰੀਅਰ ਸਟੂਡੈਂਟ ਨੂੰ ਰਿਸੀਵ ਹੁੰਦਾ US ਤੋਂ। ਸੋ ਇਹਦੇ ਵਿੱਚ ਥੋੜਾ ਜਿਹਾ ਟਾਈਮ ਵੀ ਲੱਗਦਾ ਹੈ। ਸੋ ਸਟੂਡੈਂਟ ਅਕੋਰਡਿੰਗਲੀ ਆਪਣੀ ਪ੍ਰੈਪਰੇਸ਼ਨ ਰੱਖਣ ਜਾਂ ਟਾਈਮ ਨੂੰ ਮੈਨੇਜ ਕਰਕੇ ਰੱਖਣ ਔਰ ਸਟੂਡੈਂਟ ਨੂੰ ਇਸ ਚੀਜ਼ ਨੂੰ ਸਮਝਣਾ ਪਏਗਾ ਕਿ ਅਗਰ ਡਾਕੂਮੈਂਟ ਫਿਜ਼ੀਕਲੀ ਕੋਰੀਅਰ ਆ ਰਿਹਾ ਤੇ ਉਹ ਟਾਈਮ ਲੈਂਦਾ ਹੈ। ਸੋ ਮਿਨੀਮਮ 1 ਮੰਥ ਐਵਰੇਜ ਉਹ ਟਾਈਮ ਲੈ ਲੈਂਦਾ ਹੈ। ਸੋ ਵਾਂਸ ਤੁਹਾਡੀ I-20 ਰਿਲੀਜ਼ ਹੋ ਜਾਂਦੀ ਹੈ ਦੈਨ ਤੁਸੀਂ ਆਪਣੀ ਸਰਵਿਸ ਭਰਦੇ ਹੋ ਜਿਹੜਾ ਕਿ ਸਟੂਡੈਂਟ ਐਕਸਚੇਂਜ ਵਿਜ਼ਟਰ ਇਨਫੋਰਮੇਸ਼ਨ ਸਿਸਟਮ ਹੈ ਉਹਨਾਂ ਦਾ। ਸੋ ਉਹ ਤੁਸੀਂ ਪੇ ਕਰਦੇ ਹੋ ਜਿਹੜਾ ਕਿ 1 year ਲਈ ਵੈਲਿਡ ਹੈ। ਸਰਵਿਸ ਕਨਫਰਮ ਹੋਣ ਤੋਂ ਬਾਅਦ ਫਿਰ ਸਟੂਡੈਂਟ ਆਪਣੀ ਐਮਬੈਸੀ ਔਰ ਬਾਇਓਮੈਟ੍ਰਿਕ ਫੀ ਕਰਦਾ ਹੈ ਜਿਹਦੇ ਨਾਲ ਉਹਨੂੰ ਅਪਾਇੰਟਮੈਂਟ ਮਿਲਦੀ ਹੈ ਐਮਬੈਸੀ ਦੇ ਵਿੱਚ। ਸੋ ਇਹ ਟੋਟਲ ਪ੍ਰੋਸੈਸ ਦਾ ਅਗਰ ਮੈਂ ਗੱਲ ਕਰਾਂ ਇਨੀਸ਼ੀਅਲ ਜਿਹਦੇ ਵਿੱਚ I-20 ਸਰਵਿਸ ਔਰ ਤੁਹਾਡੇ ਐਮਬੈਸੀ ਬਾਇਓਮੈਟ੍ਰਿਕ ਚਾਰजेस ਆ ਜਾਂਦੇ ਆ। ਸੋ ਤੁਸੀਂ ਅਗਰ ਬ੍ਰੌਡਵੇ ਤੋਂ ਕਨਫਰਮ ਇਸ ਚੀਜ਼ ਨੂੰ ਕਰਦੇ ਹੋ, ਆਪਣੀ ਐਪਲੀਕੇਸ਼ਨ ਨੂੰ ਐਨਰੋਲ ਕਰਦੇ ਹੋ ਤਾਂ ਤਕਰੀਬਨ ਤੁਹਾਡਾ 80,000 ਤੋਂ ਲੈ ਕੇ ਲੱਖ ਰੁਪਏ ਦਾ ਖਰਚਾ ਇਹਦੇ ਵਿੱਚ ਆਉਂਦਾ ਹੈ। ਸੋ ਡੈਫੀਨੇਟਲੀ ਵੀਜ਼ਾ ਦੈਨ ਉਸ ਤੋਂ ਬਾਅਦ ਇੰਟਰਵਿਊ ਹੋਏਗਾ, ਉਸ ਤੋਂ ਬਾਅਦ ਤੁਸੀਂ ਆਪਣੀ ਟਿਊਸ਼ਨ ਫੀ ਜਿਹੜੀ ਉਹ ਟ੍ਰਾਂਸਫਰ ਕਰਦੇ ਹੋ। ਜੀ ਜਗਪ੍ਰੀਤ ਜੀ ਸ਼ੁਕਰੀਆ ਬਹੁਤ ਹੀ ਡਿਟੇਲਡ ਇਨਫੋਰਮੇਸ਼ਨ ਦੇਣ ਲਈ। ਆਈ ਹੋਪ ਕਿ ਸਟੂਡੈਂਟਸ ਬਹੁਤ ਵਧੀਆ ਤਰੀਕੇ ਨਾਲ ਸਮਝ ਗਏ ਹੋਣਗੇ USA ਦਾ ਪ੍ਰੈਜ਼ੈਂਟ ਸਿਨੈਰੀਓ ਤੇ ਕੀ ਰਿਕੁਆਇਰਮੈਂਟਸ ਨੇ। ਸਟੂਡੈਂਟਸ ਕਿਸੇ ਵੀ ਤਰੀਕੇ ਦੀ ਤੁਹਾਨੂੰ ਲੱਗਦਾ ਕਿ ਤੁਹਾਡਾ ਸਵਾਲ USA ਨਾਲ ਰਿਲੇਟਡ ਹੈ ਪਰਸਨਲ ਪ੍ਰੋਫਾਈਲ ਨੂੰ ਲੈ ਕੇ ਜਿਹੜਾ ਕਿ ਰਹਿ ਗਿਆ ਆਨਸਰ ਨਹੀਂ ਹੋ ਸਕਿਆ ਤਾਂ ਤੁਸੀਂ ਕਾਲ ਵੀ ਕਰ ਸਕਦੇ। ਬਿਲਕੁਲ ਦੀਪਕ ਜੀ ਇੱਥੇ ਮੈਂ ਇੱਕ ਪੁਆਇੰਟ ਐਡ ਕਰਨਾ ਚਾਹੂੰਗਾ। ਸਟੂਡੈਂਟ ਆਮ ਤੌਰ ਤੇ ਇੱਕ ਕਨਫਿਊਜ਼ਨ 'ਚ ਰਹਿੰਦੇ ਆ ਕਿ ਉੱਥੇ ਇੰਟਰਵਿਊ ਕੰਡਕਟ ਹੁੰਦੀ ਹੈ। ਸੋ ਬ੍ਰੌਡਵੇ ਹਮੇਸ਼ਾ ਤੁਹਾਨੂੰ day 1 ਤੋਂ ਇੰਟਰਵਿਊ ਦੀ ਪ੍ਰੈਪਰੇਸ਼ਨ ਕਰਵਾਏਗਾ ਔਰ US ਦਾ ਵੀਜ਼ਾ ਜਿੱਥੇ ਸਟੂਡੈਂਟ ਨੂੰ ਲੱਗਦਾ ਹੈ ਕਿ ਸਭ ਤੋਂ ਮੁਸ਼ਕਿਲ ਹੈ ਸਿਕਿਉਰ ਕਰਨਾ, ਇਹਦੇ ਤੇ ਮੈਂ ਇੱਕ ਚੀਜ਼ ਸਟੂਡੈਂਟ ਦੇ ਕੰਟਰਾਡਿਕਟਰੀ ਗੱਲ ਕਰ ਰਿਹਾ ਕਿ US ਦਾ ਵੀਜ਼ਾ ਲੈਣਾ ਸਭ ਤੋਂ ਈਜ਼ੀ ਹੈ। ਰੀਜ਼ਨ ਕਿ ਤੁਸੀਂ ਫਿਜ਼ੀਕਲੀ ਖੁਦ ਆਪਣੀ ਪ੍ਰੈਜੈਂਟੇਸ਼ਨ ਵੀਜ਼ਾ ਆਫੀਸਰ ਨੂੰ ਦਿੰਦੇ ਹੋ। ਦੋਸਤੋ ਬਹੁਤ ਧੰਨਵਾਦ ਸਾਡਾ ਵੀਡੀਓ ਦੇਖਣ ਲਈ। ਕਿਸੇ ਵੀ ਤਰੀਕੇ ਦੀ ਇਨਫੋਰਮੇਸ਼ਨ ਲਈ ਤੁਸੀਂ ਕਾਲ ਕਰ ਸਕਦੇ ਹੋ ਤੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟਸ ਤੁਹਾਡੇ ਤੱਕ ਟਾਈਮਲੀ पहुंचते रहें। धन्यवाद। थैंक यू जी। हेलो फ्रेंड्स, मैं अमरजीत ब्रॉडवे इमिग्रेशन सर्विसेज से। कोशिश रहती है लेटेस्ट और इम्पॉर्टेंट इन्फॉर्मेशन एंड एवरी इशू रिलेटेड टू स्टडी वीज़ा, उसके रिलेटेड आपको सारी जानकारियां हम लगातार देते रहें। उसके लिए इम्पॉर्टेंट है कि आप इस चैनल को सब्सक्राइब करके रखें ताकि हर लेटेस्ट वीडियो आप तक सबसे पहले पहुंच सके। सेकेंडली, ब्रॉडवे इमिग्रेशन प्रोवाइडिंग यू ऑनलाइन सर्विसेज। हम इंडिया की ऐसी पहली कंपनी है जो आपको ऑनलाइन वीडियो काउंसलिंग्स घर बैठे प्रोवाइड कर रहे हैं। तो आपको सिंपली हमारी वेबसाइट पे जाना है, दैट इज broadwaystudy.com, और वहाँ पे जाके आप अपनी बेसिक इन्फॉर्मेशन थोड़ी सी भरेंगे। उसके बाद OTP रिसीव करने के बाद यू कैन कनेक्ट डायरेक्टली टू आवर ऑनलाइन काउंसलर्स, जिनके साथ आप डायरेक्ट वीडियो काउंसलिंग ले सकते हैं बिना रुके, बिना किसी परेशानी के। आपको किसी भी स्टेज पे हमारे ऑफिस विजिट करने की जरूरत नहीं पड़ेगी। आप घर बैठे अपनी एप्लीकेशन को स्टार्ट करने से लेके वीजा तक का सफर हमारे साथ कर सकते हैं। डजंट मैटर यू आर फ्रॉम पंजाब, अदर स्टेट्स ऑफ इंडिया और इवन आउट ऑफ इंडिया, आप सारी सर्विसेज हमारे साथ ऑनलाइन ले सकते हैं। तो आज के लिए इतना, चलते हैं शो की तरफ। ब्रॉडवे ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।